जोश ही बड़ा है ते हौसले भी खरे ने। ਅਸੀਂ ਇੱਦਾਂ ਨਹੀਂ ਉਹ ਹਾਰਦੇ, ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ। ਮੈਂ ਹਾਂ ਜਸਨੂਰ ਤਵਨ। ਇਸ ਵਕਤ ਅਸੀਂ ਲੁਧਿਆਣਾ ਵਿਖੇ ਕਿਪਸ ਮਾਰਕੀਟ ਵਿੱਚ ਮੌਜੂਦ ਆ। ਅਸੀਂ ਲੋਕਾਂ ਨਾਲ ਗੱਲਬਾਤ ਕਰਨ ਆਇਆ ਕਿ ਉਹਨਾਂ ਦੇ ਵਿਚਾਰ 26 ਜਨਵਰੀ ਤੋਂ ਪਹਿਲਾਂ ਸੰਘਰਸ਼ ਨੂੰ ਕਿਵੇਂ ਦੇਖਦੇ ਸੀ ਉਹ, ਤੇ 26 ਜਨਵਰੀ ਤੋਂ ਬਾਅਦ ਹੁਣ ਸੰਘਰਸ਼ ਨੂੰ ਕਿਵੇਂ ਵੇਖਦੇ ਆ। ਸਾਡੇ ਨਾਲ ਇੱਕ ਨੌਜਵਾਨ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿ ਅਸੀਂ ਦੱਸਿਆ ਕਿ 26 ਜਨਵਰੀ ਤੋਂ ਬਾਅਦ ਕੁਝ ਲੋਕਾਂ ਦਾ ਨਜ਼ਰੀਆ ਵਤੀਰਾ ਬਦਲਿਆ ਹੈ। ਤੁਹਾਡਾ ਕੀ ਕਹਿਣਾ ਹੈ? ਪਹਿਲੇ ਕਿਵੇਂ ਦੇਖਦੇ ਸੀ ਸੰਘਰਸ਼ ਨੂੰ ਤੇ ਹੁਣ ਕਿਵੇਂ ਵੇਖਦੇ ਹੋ? ਹੁਣ ਤਾਂ ਜੀ ਸਾਡਾ ਥੋੜਾ ਜੋਸ਼ ਵਧਿਆ ਆ ਵਾ, ਸਗੋਂ ਵਧੀਆ ਗੱਲ ਆ। ਸਾਡਾ ਕੇਸ਼ਰੀ ਨਿਸ਼ਾਨ ਉੱਥੇ ਝੂਲਿਆ ਗਿਆ ਵਾ। ਸਾਡਾ ਤਾਂ ਹੌਸਲੇ ਬੁਲੰਦ ਹੋਏ ਨੇ ਅੱਗੇ ਨਾਲੋਂ। ਸਾਨੂੰ ਕੁਝ ਇਦਾਂ ਨਹੀਂ ਵੀ ਇਹ ਕਹਿੰਦੇ ਨੇ ਵੀ ਕੁਝ ਚੀਜ਼ਾਂ ਲੁਕਾਈਆਂ ਵੀ ਗਈਆਂ ਨੇ। ਇਹ ਕਹਿੰਦੇ ਨੇ ਵੀ ਸਿਰਫ ਕਿਸਾਨਾਂ ਨੇ ਹੀ ਪੁੱਠੇ ਕੰਮ ਕੀਤੇ ਨੇ, ਪੁਲਿਸ ਨੇ ਵੀ ਬੜੇ ਪੁੱਠੇ ਕੰਮ ਕੀਤੇ ਹੋਏ ਨੇ। ਦੇਖਿਆ ਜਾਵੇ ਸਾਰੀਆਂ ਪੋਸਟਾਂ ਤੁਹਾਨੂੰ ਸ਼ੋਅ ਹੁੰਦੀਆਂ ਪਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਜੋ ਦਿਖਾਇਆ ਜਾਂਦਾ ਤੁਸੀਂ ਅੱਖਾਂ ਬੰਦ ਕਰਕੇ ਉੱਤੇ ਵਿਸ਼ਵਾਸ ਨਾ ਕਰੋ। ਇਹ ਵੀ ਦੇਖੋ ਨਾ ਕਿਸਾਨਾਂ ਦੇ ਨਾਲ ਵੀ ਕਿੰਨਾ ਧੱਕਾ ਕੀਤਾ ਗਿਆ ਵਾ। ਇਹ ਵੀ ਦੇਖੋ ਤੁਸੀਂ ਸਾਰਾ ਕੁਝ। ਇਕੱਲਾ ਆਪਾਂ ਇੱਕ ਪੱਖ ਦੀ ਗੱਲ ਨਹੀਂ ਕਰਨੀ, ਆਪਾਂ ਦੋਨੇ ਪੱਖਾਂ ਦੀ ਗੱਲ ਕਰਨੀ ਹੈ। ਨਾਲੇ ਉਹਨਾਂ ਨੇ ਤਾਂ ਕੋਈ ਗਲਤ ਗੱਲ ਕੀਤੀ ਨਹੀਂ। ਉਹਨਾਂ ਨੇ ਕਿਹੜਾ ਆਪਣਾ ਤਿਰੰਗਾ ਨੀਚੇ ਕੀਤਾ, ਆਪਣਾ ਦੇਸ਼ ਦਾ ਨਿਸ਼ਾਨ ਨੀਚੇ ਤਾਂ ਨਹੀਂ ਕੀਤਾ। ਉਹਨਾਂ ਨੇ ਆਪਣਾ ਕੇਸਰੀ ਨਿਸ਼ਾਨ ਝੁਲਾਇਆ ਵਾ, ਪਰ ਦੇਸ਼ ਦੇ ਤਿਰੰਗੇ ਨੂੰ ਉਹਨਾਂ ਨੇ ਕੋਈ ਛੇੜਛਾੜ ਨਹੀਂ ਕੀਤੀ ਉਹਨਾਂ ਨੇ ਇਹਦੇ ਨਾਲ। ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ 26 ਜਨਵਰੀ ਤੋਂ ਬਾਅਦ ਹੌਸਲੇ ਵੱਧ ਗਏ ਨੇ? ਹਾਂਜੀ, ਸਾਡੇ ਤਾਂ ਵਧੇ ਆ ਜੀ। ਅਸੀਂ ਤਾਂ ਮਾਣ ਮਹਿਸੂਸ ਕਰਦੇ ਹਾਂ ਵੀ ਉੱਥੇ ਝੂਲਿਆ। ਇਹ ਤਾਂ ਇਤਿਹਾਸ ਆ ਜੀ, ਇਹ ਤਾਂ ਝੂਲਦੇ ਨੇ। ਹੁਣ ਕਹਿੰਦੇ ਨੇ ਜਿੱਦਾਂ ਆਪਣੇ ਦਰਬਾਰ ਸਾਹਿਬ ਦੇ ਉੱਤੇ ਤੁਸੀਂ ਦੇਖਿਆ ਹੋਣਾ, ਅੱਜ ਤੋਂ 37 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਉੱਤੇ ਇਹਨਾਂ ਨੇ ਝੁਲਾਇਆ ਸੀ ਆ ਕੇ, ਜਦੋਂ ਨਿਸ਼ਾਨ ਸਾਹਿਬ ਥੱਲੇ ਕਰਕੇ ਆਪਣਾ ਤਿਰੰਗਾ ਝੁਲਾਇਆ ਸੀ ਇਹਨਾਂ ਨੇ ਉਹਦੇ ਉੱਤੇ। ਤੇ ਹੁਣ ਜੇ ਉੱਥੇ ਝੂਲ ਗਿਆ ਤੇ ਕੀ ਕੋਈ ਵੱਡੀ ਗੱਲ ਨਹੀਂ। ਹੁਣ ਤੁਸੀਂ ਬੀਜੇਪੀ ਦੀਆਂ ਪੋਸਟਾਂ ਦੇਖ ਸਕਦੇ ਹੋ, ਤਿਰੰਗਾ ਪੈਰਾ 'ਚ ਆ ਤੇ ਬੀਜੇਪੀ ਦਾ ਝੰਡਾ ਉੱਤੇ ਆ। ਉਹ ਨਹੀਂ ਇਹਨਾਂ ਨੂੰ ਦਿਖਦਾ। ਉਹਨਾਂ ਨੂੰ ਇਹ ਚੀਜ਼ਾਂ ਦਿਖਦੀਆਂ ਜਿਸ ਖਾਲਸੇ ਦਾ ਨਿਸ਼ਾਨ ਹੈ ਜੀ। ਤੇ ਹੁਣ ਕਿਹਾ ਜਾ ਰਿਹਾ ਹੈ ਕਿ ਕਈ ਲੋਕ ਵਾਪਸ ਆ ਰਹੇ ਨੇ, ਕੋਈ ਸੰਖਿਆ ਘਟ ਰਹੀ ਹੈ ਲੋਕਾਂ ਦੀ ਉੱਥੇ ਕਿਸਾਨਾਂ ਦੀ। ਇਹ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਹੋ, ਨੌਜਵਾਨ ਅੱਜ ਕੱਲ੍ਹ ਬਹੁਤ ਐਕਟਿਵ ਹੁੰਦੇ ਨੇ, ਤੁਸੀਂ ਸਾਰਾ ਪੱਖ ਦੇਖਿਆ ਹੈ, ਤੁਹਾਨੂੰ ਕੀ ਲੱਗਦਾ ਹੈ? ਰਾਜਨੀਤੀ ਹੈ ਜੀ, ਕੁਝ ਵੀ ਚੱਲ ਸਕਦਾ। ਜਿਹੜੇ ਰਾਜਨੀਤੀ ਕਰਦੇ ਪਏ ਸੀ ਉੱਥੇ ਬਹਿ ਕੇ, ਉਹ ਵਾਪਸ ਆ ਰਹੇ ਨੇ। ਜਿਹੜੇ ਸੱਚੇ ਕਿਸਾਨ ਸੀ ਉਹ ਹੱਲੇ ਵੀ ਉੱਥੇ ਬੈਠੇ ਹੋਏ ਨੇ, ਉਹ ਵਾਪਸ ਨਹੀਂ ਆਏ, ਉਹ ਹੱਲੇ ਵੀ ਉੱਥੇ ਨੇ ਜੀ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ। ਇਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੇ ਹੌਸਲੇ ਦੁੱਗਣੇ ਹੋਏ ਨੇ, ਬੁਲੰਦ ਹੋਏ ਨੇ ਤੇ ਅਸੀਂ ਸੰਘਰਸ਼ ਵਿੱਚ ਡਟੇ ਰਵਾਂਗੇ। ਤੁਸੀਂ ਵੀ ਦਿੱਲੀ ਜਾ ਕੇ ਆਏ ਹੋ, 26 ਤਰੀਕ ਨੂੰ ਤੁਸੀਂ ਉੱਥੇ ਮੌਜੂਦ ਸੀਗੇ। ਤੁਸੀਂ ਉਸ ਮਾਹੌਲ ਨੂੰ ਚੰਗੀ ਤਰ੍ਹਾਂ ਦੇਖਿਆ, ਉਸ ਨੂੰ ਸਮਝਿਆ, ਉਸ ਨੂੰ ਮਹਿਸੂਸ ਕੀਤਾ। 26 ਤਰੀਕ ਤੋਂ ਬਾਅਦ ਤੁਸੀਂ ਕੀ ਸਮਝਦੇ ਹੋ ਕਿ ਸੰਘਰਸ਼ ਕਿੱਥੇ ਜਾ ਰਿਹਾ ਹੈ? ਕਿ ਉੱਥੇ ਹੀ ਬੁਲੰਦ ਹੈ ਜਾਂ ਫਿਰ ਟੁੱਟ ਰਿਹਾ ਹੈ? 26 ਤਰੀਕ ਨੂੰ ਬਹੁਤ ਸਾਰੇ ਇਵੈਂਟਸ ਹੋਏ, ਕੁਝ ਇੱਦਾਂ ਦੇ ਵੀ ਇਵੈਂਟਸ ਜੋ ਨਹੀਂ ਹੋਣੇ ਚਾਹੀਦੇ ਸੀ, ਸਾਰੇ ਮੰਨਦੇ ਹੈ ਉਸ ਚੀਜ਼ ਨੂੰ। ਪਰ ਜਦ ਮੈਂ ਗਰਾਊਂਡ ਲੈਵਲ ਦੀ ਗੱਲ ਕਰਾਂ, ਐਕਚੁਅਲੀ ਸਿੰਸ ਉੱਥੇ ਇੰਟਰਨੈਟ ਨਹੀਂ ਹੈ, ਹੁਣ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ, ਤਾਂ ਜਿਹੜੇ ਲੋਕੀ ਬਾਹਰ ਬੈਠੇ ਹੈ, ਉਸ ਸੰਘਰਸ਼ ਤੋਂ ਬਾਹਰ ਹੈ, ਜਿਹੜੇ ਪ੍ਰੋਟੈਸਟ ਸਾਈਟ ਤੇ ਨਹੀਂ ਹੈ, ਉਹਨਾਂ ਨੂੰ ਇੱਕ ਐਕੂਰੇਟ ਆਈਡੀਆ ਨਹੀਂ ਹੈ ਕਿ ਉੱਥੇ ਕੀ ਹੋ ਰਿਹਾ ਹੈ। ਆਲ ਦੇ ਡੂ ਇਜ਼ ਦੇ ਬਿਲੀਵ ਵਟ ਐਵਰ ਦੇ ਹੈਰ ਔਨ ਸੋਸ਼ਲ ਮੀਡੀਆ, ਬਟ ਦੈਨ ਆਈ ਟਾਕ ਟੂ ਪੀਪਲ ਜਿਹੜੇ ਐਕਚੁਅਲੀ ਉੱਥੇ ਹੈ, ਲੋਕੀ ਜਿਹੜੇ ਐਕਚੁਅਲੀ ਇਸ ਟਾਈਮ ਤੇ ਸਿੰਘੂ ਤੇ ਬੈਠੇ ਹੈ, ਟੀਕਰੀ ਤੇ ਜਿਹੜੇ ਬੈਠੇ ਹੈ ਇਸ ਟਾਈਮ ਤੇ, ਐਂਡ ਉਹ ਲੋਕੀ ਕਹਿ ਰਹੇ ਕਿ everything is normal. It was only for a very short period of time ਕਿ ਥੋੜੀ ਨੈਗੇਟਿਵਿਟੀ ਸੀਗੀ, but 27th afternoon ਤੱਕ 12-1 ਵਜੇ ਤੱਕ everything was back to normal. ਉਵੇਂ ਹੀ ਲੋਕੀ resilient ਹੈ ਉੱਥੇ, ਲੋਕੀ strong ਹੈ ਉੱਥੇ, ਜਿਵੇਂ ਪਹਿਲੇ ਬੈਠੇ ਸੀ ਉਵੇਂ ਹੀ ਬੈਠੇ ਹੈ, ਚਾਹੇ ਜਵਾਨ ਹੋਣ, ਚਾਹੇ ਬਜ਼ੁਰਗ ਲੋਕ ਹੋਣ। ਉਵੇਂ ਹੀ ਸਟੇਜ ਚੱਲ ਰਹੀ ਹੈ, ਉਵੇਂ ਹੀ ਲੰਗਰ ਚੱਲ ਰਿਹਾ ਹੈ, ਐਂਡ ਆਈ ਫੀਲ ਵੀ ਆਰ ਜਸਟ ਐਜ਼ ਸਟਰੋਂਗ ਐਜ਼ ਐਵਰ। ਤੇ ਤੁਹਾਡੀ ਕੀ ਸੋਚ ਹੈ? ਮਤਲਬ ਤੁਸੀਂ ਆਪ ਕੀ ਸੋਚਦੇ ਹੋ? ਮੇਰੀ ਪਰਸਨਲੀ ਵੀ ਆਹੀ ਸੋਚ ਹੈ। ਆਈ ਫੀਲ ਕਿ ਇਸ ਰੈਲੀ ਦੇ ਥਰੂ ਰੈੱਡ ਫੋਰਟ ਤੇ ਜੋ ਵੀ ਹੋਇਆ, ਲੋਕੀ ਸਿਰਫ ਬਹੁਤ ਸਾਰੇ ਲੋਕੀ ਸਿਰਫ ਉਹਦੀ ਹੀ ਗੱਲ ਕਰ ਰਹੇ ਹੈ। what I feel is ਕਿ ਉਹ ਤੋਂ ਬਾਹਰ ਨਿਕਲ ਕੇ ਥੋੜਾ ਜਿਹਾ ਸੋਚੋ। look at the rally was such a success. I was personally a part of it, and ਜਿਹੜੇ ਉਹ ਲੋਕੀ ਵੀਡੀਓ ਸਰਫੇਸ ਹੋ ਰਹੀ ਹੈ ਨਾ ਕਿ ਦਿੱਲੀ ਦੇ ਲੋਕਾਂ ਨੇ ਇੰਨੇ ਪਿਆਰ ਨਾਲ ਵੈਲਕਮ ਕੀਤਾ, ਉਹਨਾਂ ਨੇ ਇੰਨਾ ਸਪੋਰਟ ਦਿਖਾਇਆ, ਡਿਸਟ੍ਰੀਬਿਊਟਿੰਗ ਵਾਟਰ, ਡਿਸਟ੍ਰੀਬਿਊਟਿੰਗ ਫੂਡ, they were clapping, they were waving at us, ਸਾਡੇ ਨਾਲ ਨਾਰੇ ਲਗਾ ਰਹੇ ਸੀਗੇ। that shows ਕਿ the movement is so strong. it is not just limited to farmers. come on, ਦਿੱਲੀ ਦੇ ਲੋਕੀ ਪਰ ਕੇ ਸੜਕਾਂ ਤੇ ਆਏ। ਜੇ ਤੁਸੀਂ ਵੀਡੀਓਜ਼ ਦੇਖੀਆਂ ਤਾਂ it took us so long to move ahead because there were so many random citizens on the street and they came there to support us.
you know, with such energy. There was so much energy in the air that day. मैं इदा दी चीज़ कदी लाइफ च एक्सपीरियंस नहीं की. I felt like a superstar, and I have done nothing. I have done nothing. Just volunteering there for a few days. ਉਹ ਤੋਂ ਇਲਾਵਾ ਮੈਂ ਕੁਛ ਨਹੀਂ ਕੀਤਾ. So I feel this is a really strong movement. ਤੇ ਜਿਹੜੇ ਲੋਕੀ actually ਉੱਥੇ ਹੈ, ਜਿਹੜੇ 2 ਮਹੀਨੇ ਤੋਂ ਉੱਥੇ ਕੈਂਪ ਲਗਾ ਕੇ ਬੈਠੇ ਹੈ, ਉਹ ਹਲੇ ਵੀ ਹੈ. ਤੇ ਇਹ ਇੱਕ ਛੋਟੇ ਜਿਹੇ ਇਵੈਂਟ ਨਾਲ ਇਸ ਨੂੰ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ. कुछ देर लगेगी जब तक ये सोशल मीडिया का ये जो बबल है एक बार बर्स्ट हो जाएगा. वंस द इंटरनेट इज़ बैक उत्थे आई फील लोगों को भी रियलिटी का पता चल जाएगा. ਕਿਹਾ ਜਾ ਰਿਹਾ ਕਿ 26 ਤਰੀਕ ਤੋਂ ਬਾਅਦ ਕਾਫੀ ਟਰੈਕਟਰ ਟਰਾਲੀਆਂ ਵਾਪਸ ਆ ਰਹੀਆਂ, ਤੁਸੀਂ ਵੀ ਵਾਪਸ ਆਏ ਹੋ, ਤੁਹਾਨੂੰ ਲੱਗਿਆ ਕਿ ਜ਼ਿਆਦਾ ਲੋਕ ਵਾਪਸ ਆ ਰਹੇ ਹੈ, ਕੀ ਮਾਹੌਲ ਹੈ ਉੱਥੇ? ਤੁਸੀਂ ਕਿਸ ਦਿਨ ਗਏ ਸੀਗੇ ਉੱਥੇ? ਤੁਸੀਂ ਕਿਹੜੀ ਡੇਟ ਨੂੰ ਗਏ ਸੀਗੇ? 25 26 ਤੁਸੀਂ 25 ਨੂੰ ਗਏ ਸੀ. ਆਈ ਵੈਂਟ देयर 24th ਨੂੰ. ਓਕੇ, ਐਂਡ ਜਦ ਤੁਸੀਂ ਜਾ ਰਹੇ ਹੋਵੋਗੇ ਤੁਸੀਂ ਵੀ ਦੇਖਿਆ ਹੋਏਗਾ ਕਿ ਕਿੰਨੀ ਸਟਰੈਂਥ ਵਿੱਚ, ਕਿੰਨੀ ਵੋਲਿਊਮ ਵਿੱਚ ਲੋਕੀ ਜਾ ਵੀ ਰਹੇ ਸੀ. देयर आर सो मेनी पीपल ਜੋ ਗਏ ਹੀ ਸੀ ਫॉर 26th. ਹੁਣ ਉਹਨਾਂ ਨੇ ਵਾਪਸ ਵੀ ਤਾਂ ਆਉਣਾ ਸੀਗਾ ਨਾ. ਤੁਸੀਂ ਵੀ ਸੁਣਿਆ ਹੋਣਾ ਕਿ ਬਹੁਤ ਸਾਰੇ ਲੋਕਾਂ ਲਈ ਜਿਹੜੀ ਇੱਕ ਪ੍ਰੋਟੈਸਟ ਸਾਈਟ ਹੈ ਉਹ ਇਟ ਇਜ਼ ਲਾਈਕ ਅ ਮੇਲਾ. ਇਹ ਚੀਜ਼ ਜਿਹੜੀ ਹੈ ਆਣਾ ਜਾਣਾ, ਤੁਸੀਂ ਉਹ ਲੋਕਾਂ ਨੂੰ ਪੁੱਛੋ ਜਿਹੜੇ ਆਫਨ ਆਉਂਦੇ ਜਾਂਦੇ ਰਹਿੰਦੇ ਹੈ. ਮੈਂ ਉਹ ਲੋਕਾਂ ਨਾਲ ਗੱਲ ਕੀਤੀ ਹੈ ਐਂਡ ਦੇ ਸੇ ਕਿ whenever they go, whenever they're coming back, this is very normal because a lot of people go there, a lot of people come back too. ਇੱਦਾਂ ਨਹੀਂ ਹੈ ਕਿ ਉਹ ਛੱਡ ਕੇ ਆ ਗਏ ਉੱਥੇ. ਜੋ ਲੋਕੀ ਗਏ ਹੀ ਸਿਰਫ 26 ਦੀ ਰੈਲੀ ਵਿੱਚ ਪਾਰਟਿਸਿਪੇਟ ਕਰਨ ਸੀ, ਉਹ 27th ਨੂੰ ਵਾਪਸ ਆ ਗਏ. ਜਾਂ ਕੁਝ ਲੋਕੀ ਉੱਦਾਂ ਹੀ ਜਿੱਦਾਂ 1-2 ਦਿਨ ਵਾਪਸ ਆਉਂਦੇ ਆਪਣੇ ਘਰ, ਬਸ ਉਹ ਲੋਕੀ ਸੀਗੇ. ਇੱਦਾਂ ਨਹੀਂ ਹੈ ਕਿ ਪੀਪਲ ਆਰ ਲੀਵਿੰਗ ਦ ਪ੍ਰੋਟੈਸਟ ਐਂਡ ਕਮਿੰਗ ਬੈਕ. ਇੱਦਾਂ ਤਾਂ ਕੁਝ ਨਹੀਂ ਹੈ ਉੱਥੇ. ਤੇ ਤੁਸੀਂ ਆਪ ਜਾ ਕੇ ਆਏ ਹੋ, ਤੁਸੀਂ ਮਹਿਸੂਸ ਕੀਤਾ, ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਅਫਵਾਹਾਂ ਫੈਲਾ ਰਹੇ ਹੈ, ਜੋ ਡਰ ਕੇ ਬੈਠੇ ਹੈ ਇਸ ਸੰਘਰਸ਼ ਬਾਰੇ, ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਹਲੇ ਟੁੱਟ ਗਿਆ ਹੈ ਜਾਂ ਲੋਕੀ ਵਾਪਸ ਆ ਰਹੇ ਹੈ, ਉਹਨਾਂ ਨੂੰ ਇਸ ਅਫਵਾਹਾਂ ਤੋਂ ਬਚਣ ਲਈ ਕੀ ਮੈਸੇਜ ਦੇਣਾ ਚਾਹੋਗੇ? ਫਰਸਟ ਥਿੰਗ, ਪਲੀਜ਼ ਡੂ ਨਾਟ ਬਿਲੀਵ ਐਵਰੀਥਿੰਗ ਦੈਟ ਯੂ ਸੀ ਔਨ ਸੋਸ਼ਲ ਮੀਡੀਆ. ਟਾਕ ਟੂ ਪੀਪਲ ਜਿਹੜੇ ਇਸ ਟਾਈਮ ਉੱਤੇ ਗਰਾਊਂਡ ਲੈਵਲ ਤੇ ਬੈਠੇ ਹੈ. ਇੰਟਰਨੈਟ ਉੱਤੇ ਨਹੀਂ ਚੱਲ ਰਿਹਾ, ਸੋ ਕਾਲ them up ਔਰ ਟਰਸਟ ਦ ਸੋਰਸਿਸ. ਆਈ ਐਮ ਸੇਇੰਗ ਦਿਸ ਬਿਕਾਜ਼ ਆਈ ਹੈਵ ਟਾਕ ਟੂ ਪੀਪਲ ਜਿਹੜੇ ਟੀਕਰੀ ਤੇ ਜਿਹੜੇ ਸਿੰਘੂ ਬਾਰਡਰ ਤੇ ਇਸ ਟਾਈਮ ਬੈਠੇ ਹੈ, ਐਂਡ ਆਈ ਕੈਨ ਸੇ ਵਿਦ 100% ਗਾਰੰਟੀ ਕਿ ਮਾਹੌਲ ਬਿਲਕੁਲ ਸਹੀ ਹੈ ਉੱਥੇ. ਲੋਕੀ ਉੱਦਾਂ ਹੀ ਪੋਜ਼ਿਟਿਵ ਹੈ, ਸਟਰੋਂਗ ਹੈ, ਤੇ ਜਿੱਦਾਂ ਆਪਾਂ ਕਹਿੰਦੇ ਆ ਚੜ੍ਹਦੀ ਕਲਾ 'ਚ ਨੇ ਸਾਰੇ ਉੱਥੇ. ਬਹੁਤ ਬਹੁਤ ਸ਼ੁਕਰੀਆ. ਇਹ ਸ਼ਹਿਰੀ ਕੁੜੀ ਹੈ, ਨੌਜਵਾਨ ਕੁੜੀ ਜਿਹੜੀ ਆਪ ਦਿੱਲੀ ਜਾ ਕੇ ਆਈ ਸੀ, ਜਿਨੇ 26 ਤਰੀਕ ਦੀ ਪਰੇਡ ਨੂੰ ਵੀ ਮਹਿਸੂਸ ਕੀਤਾ. ਇਹਨੇ ਕਿਹਾ ਕਿ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਪਰੇਡ ਉਸ ਤੋਂ ਬਹੁਤ ਹਟ ਕੇ ਸੀ, ਬਹੁਤ ਵੱਧ ਕੇ ਸੀਗੀ, ਤੇ ਆਪਾਂ ਨੂੰ ਉਸ ਚੀਜ਼ ਤੇ ਫੋਕਸ ਕਰਨਾ ਚਾਹੀਦਾ, ਉਸ ਚੀਜ਼ ਤੇ ਹੀ ਰਹਿਣਾ ਚਾਹੀਦਾ ਕਿ ਪਰੇਡ ਕਿੰਨੀ ਸਕਸੈਸਫੁਲ ਰਹੀ. ਕੁਝ ਹੋਰ ਨੌਜਵਾਨ ਸਾਡੇ ਨਾਲ ਮੌਜੂਦ ਨੇ. ਕਾਫੀ ਲੋਕ ਡਰੇ ਹੋਏ ਨੇ ਇਸ ਵਕਤ, ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਸੰਘਰਸ਼ ਨੂੰ? 26 ਜਨਵਰੀ ਤੋਂ ਬਾਅਦ ਜੋ ਵੀ ਹੋਇਆ, ਉਸ ਤੋਂ ਬਾਅਦ ਤੁਹਾਡੇ ਲਈ ਇਹ ਸੰਘਰਸ਼ ਕਿੰਨੇ ਕੁ ਮਾਇਨੇ ਰੱਖਦਾ ਹੈ? ਕਿੱਥੇ ਪਹੁੰਚਿਆ, ਕੀ ਚੱਲ ਰਿਹਾ, ਤੁਹਾਨੂੰ ਕੀ ਮਹਿਸੂਸ ਹੁੰਦਾ ਹੈ? ਲੋਕਾਂ 'ਚ ਨੈਗੇਟਿਵਿਟੀ ਫੈਲ ਗਈ ਹੈ ਮੈਮ. ਗਲਤ ਸਮਝ ਰਿਹਾ ਵੀ ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ. ਇੱਦਾਂ ਦਾ ਕੁਝ ਨਹੀਂ ਹੋਇਆ, ਬਲਕਿ ਸਾਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ. ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਆਪਣਾ ਕਿਸਾਨਾਂ ਦੇ ਨਾਲ ਜਾ ਕੇ ਖੜੋ. ਨਹੀਂ ਟਾਈਮ ਦੇ ਸਕਦੇ ਉਹਨਾਂ ਨੂੰ ਸਪੋਰਟ ਕਰੋ ਵੀ ਅਸੀਂ ਤੁਹਾਡੇ ਨਾਲ ਹਾਂ. ਹਾਂਜੀ, ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਮੈਮ. ਉਹਨਾਂ ਨੂੰ ਵੀ ਹੌਸਲਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜੇ ਹੋਏ ਆ. ਇੱਥੇ ਤੱਕ ਹੀ ਦੇਖ ਲਓ ਜੀ, ਹੁਣ ਇੰਨੀ ਠੰਡ ਦਾ ਹੈਗਾ ਜੀ, ਉਹ ਰਾਤ ਦਿਨ ਉੱਥੇ ਕਰ ਰਹੇ ਆ ਜੀ. ਆਪਾਂ ਜੈਕਟਾਂ ਪਾਈਆਂ, ਸ਼ਰਟਾਂ ਪਾਈਆਂ, ਇਨਰ ਪਾਏ ਹੋਏ ਆ. ਠੰਡ ਕਿੰਨੀ ਜ਼ਿਆਦਾ ਜੀ. ਅਗਲੇ ਉੱਥੇ ਸੇਵਾ ਕਰਦੇ ਪਏ, ਪੁਲਿਸ ਵਾਲੀ ਉਹਨਾਂ ਦੇ ਉੱਤੇ ਡੰਡੇ ਮਾਰਦੀ ਪਈ ਹੈ. ਤੁਸੀਂ ਇਹ ਦੇਖੋ, ਆਪਾਂ ਘਰੇ ਵੀ ਹੁਣ ਸਾਨੂੰ ਸਾਡੇ ਘਰ ਦੇ ਰੋਟੀ ਖਵਾਉਂਦੇ, ਆਪਾਂ ਉਹਨਾਂ ਨੂੰ ਕੀ ਗਾਣਾ ਖਾ ਕੇ ਕਹਿੰਦੇ ਕਿ ਅਚਾਰ ਨਹੀਂ ਦਿੱਤਾ, ਗਾਣਾ ਕੱਢਦੇ ਆ. ਆਪਾਂ ਹੁਣ ਗਾਲ ਤਾਂ ਨਹੀਂ ਕੱਢਦੇ ਉਹਨਾਂ ਨੂੰ ਕਿ ਵੀ ਰੋਟੀ ਠੰਡੀ ਹੈ, ਇਦਾਂ ਉਦਾਂ. ਇੱਕ ਤਾਂ ਉੱਥੇ ਡੰਡੇ ਖਾਂਦੇ ਪਏ ਆ ਜੀ, ਇੱਕ ਗਾਣਾ ਸੁਣਦੇ ਪਏ ਆ, ਇੱਕ ਉੱਤੋਂ ਦੀ ਆਪਾਂ ਕਈ ਸੇਵਾ ਵੀ ਕਰਦੇ ਪਏ ਆ, ਪਰ ਫਿਰ ਵੀ ਉਹਨਾਂ ਨੂੰ ਡੰਡਾ ਲਾਠੀ ਚਾਰਜ ਹੁੰਦੇ ਪਏ ਆ, ਗਾਣਾ ਸੁਣਦੇ ਪਏ ਆ. ਆਪਾਂ ਕਈ 3-4 ਜਣਿਆਂ ਦੇ ਬੰਦਿਆਂ ਦੀ ਸੋਸ਼ਲ ਮੀਡੀਆ ਦੇ ਵੀਡੀਓ ਦੇਖੇ, ਅਗਲੇ ਕਹਿੰਦੇ ਆ ਉਹਨਾਂ ਦੇ ਧੀਆਂ ਭੈਣਾਂ ਨਾਲ ਹੁੰਦੀਆਂ ਤੇ ਆ ਕੇ ਗਾਣਾ ਕੱਢਦੇ ਆ ਕਿ ਸੜਕਾਂ ਖਾਲੀ ਕਰ ਦਿਓ ਨਹੀਂ ਤਾਂ ਤੁਹਾਡੇ ਤੇ ਲਾਠੀ ਚਾਰਜ ਕੀਤਾ ਜਾ. ਮੈਂ ਕਈ ਸੋਸ਼ਲ ਮੀਡੀਆ ਤੇ ਆਪਾਂ ਵੀਡੀਓ ਦੇਖੀ. ਇੱਥੇ ਤੱਕ ਕਿ ਤਾਂ ਵੀ ਮੋਦੀ ਸਾਹਿਬ ਜੀ, ਆਪਣੇ ਪ੍ਰਾਈਮ ਮਿਨਿਸਟਰ ਜੀ, ਉਹਨਾਂ ਨੂੰ ਕੋਈ ਅਸਰ ਨਹੀਂ ਹੈਗਾ. ਦੂਜੀ ਗੱਲ ਇਹ ਜੀ, ਆਪਾਂ ਕਹਿੰਦੇ ਆ ਇੱਥੇ ਤੱਕ ਕਿ ਜਿਹੜਾ ਆਪਣਾ ਬਰਾਕ ਓਬਾਮਾ ਜੀ, ਉਹਨਾਂ ਨੇ ਵੀ ਇੱਥੇ ਤੱਕ ਹੀ ਟਵਿੱਟਰ ਕੀਤਾ ਸੀਗਾ ਕਿ ਮੈਂ ਸ਼ਰਮਿੰਦਾ ਹਾਂ ਕਿ ਇੱਕ ਟਾਈਮ ਦੇ ਉੱਤੇ ਮੈਂ ਇਹ ਬੰਦੇ ਨਾਲ ਹੱਥ ਮਿਲਾਇਆ ਸੀ. ਸਹੀ ਗੱਲ ਹੈ ਜੀ ਕਿ ਗਲਤ ਕਰਦਾ ਮੈਂ? ਉਹਨੂੰ ਇਹ ਕਿਉਂ ਟਵੀਟ ਕੀਤਾ ਕਿ ਉਹਨੂੰ ਪਤਾ ਹੈ ਕਿ ਗਲਤ ਕਾਨੂੰਨ ਹੈ, ਤਾਂ ਹੀ ਉਹਨੇ ਟਵੀਟ ਕੀਤਾ ਜੀ. ਤੇ ਬਾਕੀ ਦੇ ਲੈ ਕੇ ਆ ਰਹੇ ਆ ਇੱਥੇ ਕਾਹਦੇ ਕਿਉਂ ਨਹੀਂ ਇੰਡੀਆ ਦੇ ਵਿੱਚ ਕੋਈ ਨਾਲ ਖੜ ਰਿਹਾ ਫਾਰਮਰ ਦੇ ਨਾਲ? ਉੱਦਾਂ ਸਾਰਾ ਇੰਡੀਆ ਆਪਣੇ ਨਾਲ ਹੈ. ਇੰਨੇ ਦੇ ਵੈਪਨਸ ਆਪਾਂ ਖਰੀਦ ਰਹੇ ਆ. ਹੁਣ ਸਾਡੇ ਫਾਰਮਰ ਦੇ ਫੂਡ ਨੂੰ ਖਰੀਦਣ ਲਈ ਵੀ ਇਹਨਾਂ ਕੋਲੇ ਇੰਨੇ ਤਰ੍ਹਾਂ ਦੇ ਟੈਕਸ ਲਗਾ ਦਿੱਤੇ ਗਏ ਆ. ਗਰੀਬ ਬੰਦਾ ਖਾਏਗਾ ਜਾਂ ਮਰੇਗਾ, ਤੇ ਫਾਹੇ ਨਹੀਂ ਲੈਣਗੇ ਫਾਰਮਰ ਤਾਂ ਹੋਰ ਕੀ ਕਰਨਗੇ ਜੀ. ਉੱਦਾਂ ਉਹਨਾਂ ਨੂੰ ਲੋਨ ਦਿੱਤੇ ਜਾਂਦੇ ਆ. ਜਿਹੜੀ ਸਰਕਾਰ ਆਉਂਦੀ ਹੈ ਕਹਿੰਦੇ ਲੋਨ ਮਾਫ ਕਰਤੇ, ਇਹ ਨਹੀਂ ਦੇਖਦੇ ਉਹਨਾਂ ਲਈ ਘਾਟਾ ਕਿੰਨਾ ਹੁੰਦਾ. ਇੱਕ ਕਿਸਾਨ ਆਪਣੇ ਬੱਚਿਆਂ ਨੂੰ ਛੱਡ ਕੇ ਇੱਕ ਆਤਮ ਹੱਤਿਆ ਕਰਦਾ ਹੈ. ਮੈਂ ਤਾਂ ਇੰਨਾ ਹੀ ਕਹੂੰਗਾ, ਇਹ ਫਾਰਮਰ ਨੂੰ ਸਪੋਰਟ ਕਰੋ. ਜੈ ਜਵਾਨ ਜੈ ਕਿਸਾਨ.
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਦੇਖੋ ਜੀ, ਦਿੱਲੀ ਕਮ ਸੇ ਕਮ ਦਿੱਲੀ ਵਿੱਚ 2 ਲੱਖ ਟਰੈਕਟਰ ਸੀਗਾ, ਠੀਕ ਹੈ ਜੀ। ਦਿੱਲੀਆਂ ਨੇ ਕਿਸੇ ਦੀ ਦੁਕਾਨ ਟੁੱਟੀ, ਕਿਸੇ ਦਾ ਕੰਮ, ਕਿਸੇ ਦਿੱਲੀ ਵਾਲੇ ਨਾਗਰਿਕ ਨੂੰ ਚੋਟ ਪਹੁੰਚੀ, ਠੀਕ ਹੈ ਜੀ। ਕਿਸੇ ਦਾ ਜਿਹੜਾ ਝੰਡਾ ਸੀਗਾ ਟਰੈਕਟਰਾਂ ਤੇ ਵੀ ਸੀਗਾ, ਉਹ ਝੰਡੇ ਲਾ ਕੇ ਕਿਸੇ ਨੇ ਮਾਰਿਆ, ਕਿਸੇ ਤੇ ਨਹੀਂ ਮਾਰਿਆ, ਠੀਕ ਹੈ ਜੀ। ਫਿਰ ਕਾਹਤੋਂ ਕਰ ਰਹੀ ਦਿੱਲੀ ਸਰਕਾਰ ਇੱਦਾਂ ਦਾ? ਗਲਤ ਹੋ ਰਿਹਾ ਉਹਨਾਂ ਨਾਲ, ਕਿਉਂਕਿ ਉਹਨਾਂ ਨੂੰ ਸਗੋਂ ਉਹਨਾਂ ਨਾਲ ਪਿਆਰ ਨਾਲ ਵਰਤਣਾ ਚਾਹੀਦਾ, ਕਿਉਂਕਿ ਇਹਨਾਂ ਦੀ ਪਹਿਲੇ ਹੀ ਸਾਜ਼ਿਸ਼ ਸੀਗੀ, ਪਿੱਛੋਂ ਪਲਾਨ ਸੀਗਾ ਇਹਦਾ ਨਾ ਪਹਿਲੇ ਹੀ ਕਿ ਆਪਾਂ ਅੰਦਰ ਨਹੀਂ ਆਉਣ ਦੇਣਾ, ਠੀਕ ਹੈ ਜੀ। ਹੁਣ ਇੱਦਾਂ ਦਾ ਹੀ ਗਲਤ ਹੋ ਰਿਹਾ ਵਾ। ਉਹ ਦੇਖੋ ਜੀ, ਬੰਬ ਦੇ ਗੋਲੇ ਛੱਡ ਰਿਹਾ, ਉਹ ਤੋਂ ਜਵਾਨ ਵੀ ਨਾਲ ਨੇ। ਉੱਥੇ ਇੱਕ ਵੀਡੀਓ ਅੱਜ ਮੈਂ ਦੇਖੀ ਸੀਗੀ ਕਿ ਦਿੱਲੀ ਪੁਲਿਸ ਵਿੱਚ ਇੱਕ ਲੇਡੀ ਸੀਗੀ, ਉਹ ਕਹਿੰਦੀ ਮੈਂ ਕਿਸਾਨ ਦੀ ਬੇਟੀ ਹਾਂ, ਮੈਂ ਅੱਗੇ ਨਹੀਂ ਆਉਣ ਦੇਣਾ ਟਰੈਕਟਰ। ਜੇ ਤੁਸੀਂ ਕਿਸਾਨ ਦੀ ਬੇਟੀ ਹੋ ਤਾਂ ਤੁਸੀਂ ਪ੍ਰੋਟੈਕਟ ਕਰੋ ਨਾ ਉਹਨਾਂ ਨੂੰ, ਤੁਸੀਂ ਸਰਕਾਰ ਦਾ ਸਾਥ ਦੇ ਰਹੇ ਹੋ। ਮੈਂ ਸਮਝਦਾ ਡਿਊਟੀ ਦੇਣੀ ਮਸਟ ਰਿਸਪੌਂਸਿਬਲ ਓਕੇ, ਪਰ ਤੁਸੀਂ ਉਹਨਾਂ ਨੂੰ ਸਮਝਾਓ ਤਾਂ ਸੀ ਕਿ ਹਾਂ ਵੀ ਆਪਾਂ ਕਿਸਾਨ ਦਾ ਥੋੜ੍ਹਾ ਸੋਚੋ ਕਿ ਆਪਾਂ ਕੀ ਕਰਾਂਗੇ ਅੱਗੇ ਇਨ ਫਿਊਚਰ। ਤਾਂ ਹੀ ਕੋਈ ਫਿਊਚਰ ਦਿਖ ਨਹੀਂ ਰਿਹਾ, ਜੇ ਅਗਰ ਕਿਸਾਨ ਹੀ ਨਹੀਂ ਹੋਏਗਾ ਤੇ ਕੀ ਕਰਾਂਗੇ। ਇਹ ਸੀ ਨੌਜਵਾਨ ਜੋ ਕਹਿੰਦੇ ਨੇ ਕਿ ਅਸੀਂ ਹਾਲੇ ਵੀ ਸੰਘਰਸ਼ ਜਾਰੀ ਹੈ, ਅਸੀਂ ਕਿਸਾਨਾਂ ਦੇ ਨਾਲ ਆ ਤੇ ਲੋਕਾਂ ਨੂੰ ਵੀ ਜਾਗਰੂਕ ਕਰਨਗੇ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਇਸ ਵਕਤ ਆਪਣੇ ਹੌਸਲੇ ਬੁਲੰਦ ਰੱਖੋ, ਜਾਂ ਜਿੱਤਾਂਗੇ ਤਾਂ ਜਾਂ ਮਰਾਂਗੇ, ਉਸੇ ਸਲੋਗਨ ਦੇ ਨਾਲ ਰਹੋ ਤੇ ਇਹ ਸੰਘਰਸ਼ ਜਿੱਤ ਕੇ ਹੀ ਵਾਪਸ ਮੁੜਾਂਗੇ। ਕੁਝ ਕਹਿਣਾ ਚਾਹੋਗੇ? ਦੇਖੋ ਜੀ, ਫਾਰਮਰਾਂ ਨੇ ਕੋਈ ਵੀ ਕਿਸੇ ਦਿੱਲੀ ਕੁੜੀ ਨਾਲ ਕੋਈ ਛੇੜਖਾਨੀ ਕੀਤੀ, ਕਿਸੇ ਵੀ ਨੌਜਵਾਨ ਨੇ ਕਿ ਇੱਧਰ ਆ ਕੇ ਕੁਝ ਵੀ ਛੇੜਖਾਨੀ ਕੁਝ ਨਹੀਂ ਕੀਤੀ, ਜਾਂ ਕਿਸੇ ਐਂਬੂਲੈਂਸ ਦਾ ਰਾਹ ਰੋਕਿਆ, ਉਹਨਾਂ ਨੇ ਐਂਬੂਲੈਂਸ ਰਾਹ ਦਿੱਤਾ, ਇੱਕ ਸਾਈਡ ਦਾ ਜਾਨਦਾਰ ਰਾਹ ਦਿੱਤਾ, ਇੱਕ ਸਾਈਡ ਆਪਣੀ ਰੈਲੀ ਕੱਢੀ, ਠੀਕ ਹੈ ਜੀ। ਇੱਦਾਂ ਦਾ ਕੋਈ ਅਗਲੇ ਨੇ ਕੋਈ ਧੱਕਾ ਕੀਤਾ ਹੋਵੇ ਤੁਸੀਂ ਤਾਂ ਉੱਤੇ ਪਰਚਾ ਦਰਜ ਕਰੋ, ਠੀਕ ਹੈ। ਕੇਸ ਪੰਜਾਬ ਦੇ ਵਿੱਚੋਂ ਦੀ ਕੁੜੀਆਂ ਉੱਥੇ ਸੇਫ ਨਹੀਂ ਸੀਗੀਆਂ ਦਿੱਲੀ ਦੇ ਵਿੱਚ। ਅੱਜ ਦੇ ਟਾਈਮ ਉੱਥੇ ਪੰਜਾਬੀ ਨੇ ਤੇ ਕੁੜੀਆਂ ਆਪਣੇ ਆਪ ਤੇ ਮਾਣ ਮਹਿਸੂਸ ਕਰਦੀਆਂ ਵੀ ਹਾਂ ਅਸੀਂ ਨਿਕਲਣ ਜੋਗੀਆਂ ਹੈ ਇੱਥੇ, ਨਹੀਂ ਤਾਂ ਉੱਥੋਂ ਦੀ ਬੰਦਾ 9 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਦਾ ਸੀ, ਉੱਥੇ ਇੰਨਾ ਕਰਪਸ਼ਨ ਸੀ। ਅੱਜ ਪੰਜਾਬੀ ਬੰਦਾ ਉੱਥੇ ਖੜਾ ਤੇ ਹਾਂ ਕੁੜੀਆਂ ਮਾਣ ਨਾਲ ਕਹਿੰਦੀਆਂ ਵੀ ਹਾਂ ਪੰਜਾਬੀ ਬੰਦਾ ਖੜਾ ਆ, ਸਪੋਰਟ ਆ ਉਹਨਾਂ ਨੂੰ, ਵੀ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਤੁਹਾਡੇ ਵੀ ਅਕੋਰਡਿੰਗ ਸਾਰਾ ਕੁਝ ਠੀਕ ਹੈ, ਸਭ ਸੰਘਰਸ਼ ਜਾਰੀ ਹੈ, ਸਭ ਡਟੇ ਹੋਏ ਨੇ? ਦੇਖੋ ਜੀ, ਜਿਨ੍ਹਾਂ ਦੇ ਉਹਨਾਂ ਦੇ ਹੱਕ 'ਚ ਖੜਨ ਲਈ ਅਸੀਂ ਤਾਂ ਸਹੀ ਹਾਂ ਜੀ। ਇਸ ਜਿਸ ਹਿਸਾਬ ਨਾਲ ਕਹਿ ਰਹੇ ਦੇਸ਼ ਦੀ ਤਰੱਕੀ ਨਹੀਂ ਹੋਣੀ, ਨੁਕਸਾਨ ਹੀ ਹੋਣਾ, ਇਹ ਦੇਸ਼ ਪਿੱਛੇ ਹੀ ਜਾ ਰਿਹਾ। ਇਸ ਤਰ੍ਹਾਂ ਦੇਸ਼ ਅੱਗੇ ਨਹੀਂ ਜਾ ਸਕਦਾ, ਸਾਨੂੰ ਦੇਸ਼ ਦੇ ਨਾਲ ਖੜੇ ਹੋਣਾ ਚਾਹੀਦਾ ਜੀ। ਬਾਕੀ ਫਾਰਮਰਸ ਦੇਖੋ ਦੇ ਜੀ, ਨਾਲ ਸਾਡੇ 10 ਜਣਿਆਂ ਨਾਲ ਜਾਂ 5 ਜਣਿਆਂ ਨਾਲ ਦੇਸ਼ ਤਾਂ ਨਹੀਂ ਸੁਣਨ ਲੱਗਾ, ਇਹਦਾ ਸਾਰਿਆਂ ਨੂੰ ਜਾਗਣਾ ਪੈਣਾ। ਅਸੀਂ ਕਿੰਨੇ ਜਾਣੇ ਹੈਗੇ ਆ? 10 ਜਾਣੇ ਆ ਅਸੀਂ, 10 ਜਾਣੇ ਅਸੀਂ 2 ਜਾਣੇ 3 ਜਾਣੇ ਬੋਲਾਂਗੇ, ਸਾਡੇ ਬੋਲਣ ਨਾਲ ਕੋਈ ਫਾਇਦਾ ਨਹੀਂ ਹੋਣਾ ਹੈਗਾ। ਉਹ ਤਾਂ ਉਹਨਾਂ ਨੂੰ ਬੋਲਣਾ ਪੈਣਾ ਜਿਹੜੇ ਹੈਗੇ ਆ ਮਜ਼ਬੂਤ ਹੈਗੇ, ਲੀਡਰ ਪਿੱਛੇ ਹੈਗੇ ਆ, ਉਹਨਾਂ ਨੂੰ ਮੀਟਿੰਗ ਬਿਠਾਉਣੀ ਚਾਹੀਦੀ ਹੈ। ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ, ਹਾਈ ਕੋਰਟ ਨੂੰ ਦੇਖਣਾ ਚਾਹੀਦਾ, ਕਿਉਂਕਿ ਹਾਈ ਕੋਰਟ ਜਿਹੜੀ ਹੁੰਦੀ ਆ ਇੰਡੀਆ ਇੰਟਰਨੈਸ਼ਨਲ ਆ, ਠੀਕ ਹੈ ਜੀ। ਉਹਨਾਂ ਨੂੰ ਮੁੱਦਾ ਤੈਅ ਕਰਨਾ ਚਾਹੀਦਾ ਕਿ ਆਪਾਂ ਕੀ ਕਰਨਾ ਚਾਹੀਦਾ। ਮੋਦੀ ਨਾਲ ਗੱਲ ਕਰਨੀ ਚਾਹੀਦੀ ਹੈ, ਮੋਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ, ਠੀਕ ਹੈ ਜੀ। ਸਾਰਿਆਂ ਨਾਲ ਗੱਲਬਾਤ ਕਰਕੇ ਤੇ ਕਿਸਾਨ ਨੂੰ ਇਨਸਾਫ ਦਿੱਤਾ ਜਾਵੇ। ਜੈ ਕਿਸਾਨ ਜੈ। ਜੀ ਬਹੁਤ ਬਹੁਤ ਸ਼ੁਕਰੀਆ ਹੈ। ਨੌਜਵਾਨ ਸਾਡੇ ਨਾਲ ਜੁੜੇ ਸੀ ਜਿਨ੍ਹਾਂ ਨੇ ਗੱਲਾਂ ਕੀਤੀਆਂ ਕਿਸਾਨੀ ਮੁੱਦੇ ਬਾਰੇ, ਕਿਹਾ ਕਿ ਸੰਘਰਸ਼ ਜਾਰੀ ਹੈ, ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਹੋਰ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਜਸਨੂਰ ਤਵਨ, ਔਨ 에ਅਰ ਲੁਧਿਆਣਾ।